श्री अकाल FMI न्यूज़ वालों तुहाडे सारिਆਂ ਦਾ ਸਵਾਗਤ ਹੈ। ਅਸੀਂ ਕੈਨੇਡਾ ਵਿੱਚ ਚੈਨਲ Y ਦੇਖ ਰਹੇ ਵੀ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਹੈਡਲਾਈਨਸ ਦੇ ਨਾਲ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਰਬੱਤ ਖਾਲਸਾ 'ਚ ਲਏ ਗਏ ਸਾਰੇ ਫੈਸਲਿਆਂ ਨੂੰ ਕੀਤਾ ਰੱਦ। ਸਰਬੱਤ ਖਾਲਸਾ ਦੇ ਮਤਿਆਂ ਨੂੰ ਸਿੱਖ ਕੌਮ ਵਿੱਚ ਦੁਬਿਧਾ ਪੈਦਾ ਕਰਨ ਦੀ ਸਾਜ਼ਿਸ਼ ਦਿੱਤਾ ਕਰਾਰ। सुखबीर बादल ने कहा सरबत खालसा बुलाए जाने पिछे कांग्रेस पार्टी की वड्डी भूमिका। कहा विदेशी ताकतां खराब करना चाहदियां ने पंजाब दे हालात। प्रताप सिंह बाजवा ने दी सुखबीर बादल नूं चुनौती। सरबत खालसा पिछे कांग्रेस का हाथ साबित करन या फिर सियासत छड्ड देन सुखबीर। कैप्टन अमरिंदर सिंह ने भी हालात का फायदा उठाने दे अकाली दल के इल्जामां नूं नकारिया। प्रधानमंत्री नरेंद्र मोदी ने की सिख भाईचारे के वफद नाल मुलाकात। मोदी ने दी विदेशी सिखां नूं काली सूची खत्म करन दा भरोसा। तमिलनाडु च भारी बारिश 55 लोगों की मौत। सूबा सरकार वालों मृतकों के परिवारक मैंबरां नूं मुआवजे का ऐलान। श्रोमणी गुरुद्वारा प्रबंधक कमेटी वालों बीती 10 नवंबर नूं ਚੱਬਾ च सद्दे गए सरबत खालसा दौरान जिस च 4 तख्तां के जथेदारां नूं मुअत्तल किए जाण समेत सारे फैसलिਆਂ ਨੂੰ ਰੱਦ ਕਰ ਦਿੱਤਾ ਗਿਆ ਸੀ। ਅੱਜ ਹੋਈ ਅੰਤਰਿਮ ਕਮੇਟੀ ਦੀ ਬੈਠਕ ਵਿੱਚ ਸਰਬਤ ਖਾਲਸਾ ਦੇ ਮਤਿਆਂ ਨੂੰ ਸਿੱਖ ਕੌਮ ਵਿੱਚ ਦੁਬਿਧਾ ਪੈਦਾ ਕਰਨ ਦੀ ਸਾਜ਼ਿਸ਼ ਕਰਾਰ ਦਿੰਦਿਆਂ ਸਰਬਸੰਮਤੀ ਨਾਲ ਰੱਦ ਕਰ ਦਿੱਤਾ ਗਿਆ ਹੈ। ਇਸ ਮੀਟਿੰਗ ਦੀ ਪ੍ਰਧਾਨਗੀ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਰਘੂਜੀਤ ਸਿੰਘ ਵਿਰਕ ਨੇ ਕੀਤੀ। ਰਘੂਜੀਤ ਸਿੰਘ ਨੇ ਕਿਹਾ ਕਿ ਕੁਝ ਪੰਥ ਵਿਰੋਧੀ ਤਾਕਤਾਂ ਵੱਲੋਂ ਗਿਣੀ ਮਿੱਥੀ ਸਾਜ਼ਿਸ਼ ਤਹਿਤ ਸਿੱਖਾਂ ਦੀ ਸਰਵਉੱਚ ਸੰਸਥਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਦੀ ਹੋਂਦ ਹਸਤੀ ਨੂੰ ਖਤਮ ਕਰਨ ਦੇ ਮਨਸੂਬੇ ਤਹਿਤ 10 ਨਵੰਬਰ ਨੂੰ ਇਕੱਠ ਕੀਤਾ ਗਿਆ ਸੀ। ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ 10 ਨਵੰਬਰ ਨੂੰ ਬੁਲਾਏ ਗਏ ਸਰਬਤ ਖਾਲਸਾ ਬਾਰੇ ਕਿਹਾ ਕਿ ਸਰਬਤ ਖਾਲਸਾ ਉਹਨਾਂ ਅਨਸਰਾਂ ਵੱਲੋਂ ਬੁਲਾਇਆ ਗਿਆ ਸੀ ਜੋ ਪੰਜਾਬ ਨੂੰ ਮੁੜ ਕਾਲੇ ਦੌਰ ਵਿੱਚ ਲੈ ਜਾਣਾ ਚਾਹੁੰਦੇ ਹਨ। ਉਹ ਅੱਜ ਸ਼੍ਰੀ ਹਰਮੰਦਰ ਸਾਹਿਬ ਵਿਖੇ ਮੱਥਾ ਟੇਕਣ ਆਏ ਸਨ। इस दौरान उन्होंने कांग्रेस नूं भी निशाने ते लिया। ਅੰਮ੍ਰਿਤਸਰ ਪਹੁੰਚੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਬੀਤੇ 1 ਮਹੀਨੇ ਦੌਰਾਨ ਪੰਜਾਬ ਵਿੱਚ ਹੋਈਆਂ ਘਟਨਾਵਾਂ ਲਈ ਵਿਦੇਸ਼ੀ ਖੁਫੀਆ ਏਜੰਸੀਆਂ ਨੂੰ ਜ਼ਿੰਮੇਦਾਰ ਠਹਿਰਾਇਆ। ਉਹਨਾਂ ਕਿਹਾ ਕਿ ਵਿਦੇਸ਼ੀ ਏਜੰਸੀਆਂ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ ਤਾਂ ਕਿ 20 ਸਾਲ ਪੁਰਾਣਾ ਮਾਹੌਲ ਪੰਜਾਬ ਵਿੱਚ ਫਿਰ ਆ ਜਾਏ ਅਤੇ ਪੰਜਾਬ ਦੀ ਹਾਲਤ ਸੀਰੀਆ, ਇਜਿਪਟ ਅਤੇ ਅਫਗਾਨਿਸਤਾਨ ਵਰਗੇ ਦੇਸ਼ਾਂ ਦੀ ਤਰ੍ਹਾਂ ਹੋ ਜਾਏ। ISI ਤੋਂ ਲੈ ਕੇ ਸਾਰੀ ਏਜੰਸੀਜ਼ ਇਸ ਕੰਮ ਤੇ ਲੱਗੀ ਹੈ ਕਿ ਪੰਜਾਬ ਨੂੰ ਵਾਪਸ 20 ਸਾਲ ਪੁਰਾਣੀ ਅੱਜ ਪੰਜਾਬ ਦੇ ਲੋਕਾਂ ਨੂੰ ਫਰਕ ਦੇਖਣ ਦੀ ਲੋੜ ਹੈ। ਇੱਕ ਪਾਸੇ ਉਹ ਲੋਕ ਹੈ ਜਿਹੜੇ ਪੰਜਾਬ ਨੂੰ ਅਫਗਾਨਿਸਤਾਨ ਬਣਾਉਣਾ ਚਾਹੁੰਦੇ ਹੈ, ਪੰਜਾਬ ਨੂੰ ਸੀਰੀਆ ਬਣਾਉਣਾ ਚਾਹੁੰਦੇ ਹੈ, ਪੰਜਾਬ ਨੂੰ ਇਜਿਪਟ ਵਾਂਗ ਬਣਾਉਣਾ ਚਾਹੁੰਦੇ ਹੈ ਜਿੱਥੇ ਲੜਾਈ ਝਗੜੇ। ਇੱਕ ਪਾਸੇ ਉਹ ਲੀਡਰਸ਼ਿਪ ਹੈ ਜਿਹੜੀ ਅਮਨ ਸ਼ਾਂਤੀ ਮੋਡਰੇਟ ਲੀਡਰਸ਼ਿਪ ਹੈ ਸਿੱਖ ਕੌਮ ਦੀ, ਜਿਹੜੀ ਪੰਜਾਬ 'ਚ ਅਮਨ ਸ਼ਾਂਤੀ, ਪੰਜਾਬ ਦੀ ਤਰੱਕੀ, ਪੰਜਾਬ ਦੀ ਡਿਵੈਲਪਮੈਂਟ, ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਦੇਣਾ ਚਾਹੁੰਦੀ ਹੈ, ਪੰਜਾਬ ਦੇ ਨੌਜਵਾਨਾਂ ਨੂੰ ਅੱਗੇ ਤਰੱਕੀ ਲਿਆਉਣੀ ਚਾਹੁੰਦੀ ਹੈ। ਦੂਜੇ ਉਹ ਲੋਕ ਹਨ ਜਿਹੜੇ ਪੰਜਾਬ ਦੇ ਨੌਜਵਾਨਾਂ ਨੂੰ ਮਰਵਾਉਣਾ ਚਾਹੁੰਦੇ ਹੈ। 10 ਨਵੰਬਰ ਨੂੰ ਬੁਲਾਏ ਗਏ ਸਰਬਤ ਖਾਲਸਾ ਤੇ ਵੀ ਸੁਖਬੀਰ ਬਾਦਲ ਨੇ ਸਵਾਲ ਚੁੱਕੇ। ਉਹਨਾਂ ਕਿਹਾ ਕਿ ਸਰਬਤ ਖਾਲਸਾ ਬੁਲਾਏ ਜਾਣ ਪਿੱਛੇ ਕਾਂਗਰਸ ਪਾਰਟੀ ਦੀ ਵੱਡੀ ਭੂਮਿਕਾ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਸਰਬਤ ਖਾਲਸਾ ਦੇ ਨਾਂ ਤੇ ਵੱਡਾ ਸਿਆਸੀ ਇਕੱਠ ਕੀਤਾ ਗਿਆ ਹੈ। ਕਾਂਗਰਸ ਪਾਰਟੀ ਸ਼ਰੇਆਮ ਜਿਵੇਂ ਕਹਿੰਦੇ ਆ ਨਾ ਅੰਗਰੇਜ਼ੀ ਕਹਾਵਤ ਹੈ ਕੈਟ ਇਜ਼ ਆਊਟ ਆਫ ਦ ਬੈਗ। ਮੈਂ ਹੈਰਾਨ ਹੈ ਕਾਂਗਰਸ ਪਾਰਟੀ ਦੇ ਕਿ ਆਪਣੀ ਸਿਆਸੀ ਲਾਹ ਲੈਣ ਵਾਸਤੇ ਉਹ ਪੰਜਾਬ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਲੱਗੀ ਹੈ। ਉਹ ਚਾਹੁੰਦੀ ਹੈ, ਉਹ ਸੋਚਦੀ ਹੈ ਕਿ ਅਸੀਂ ਆ ਕਰਕੇ ਪਿੱਛੇ ਸਪੋਰਟ ਦੇ ਕੇ ਪੰਜਾਬ 'ਚ ਇਹਦਾ ਮਾਹੌਲ ਕਰਕੇ ਅਸੀਂ ਇਲੈਕਸ਼ਨ ਜਿੱਤਾਂਗੇ। ਇਲੈਕਸ਼ਨ ਐ ਨਹੀਂ ਜਿੱਤੇ ਜਾਂਦੇ। ਹੁਣ ਤੱਕ ਕੋਈ ਗੱਲ ਹੀ ਨਹੀਂ ਰਹੀ। ਸਾਰਿਆਂ ਗੱਲ ਸਾਹਮਣੇ ਆ ਗਈ ਕਿ ਕਾਂਗਰਸ ਦੇ ਇੱਕ MLA, ਇੱਕ ਉਹਨਾਂ ਦਾ ਹਲਕਾ ਇੰਚਾਰਜ ਤਾਂ ਸਟੇਜ ਤੇ ਆ ਗਏ। ਜਿੰਨੇ ਮਾਝੇ ਦੇ ਕਾਂਗਰਸ ਦੇ MLA ਸਾਰਿਆਂ ਨੇ ਤੇ ਖਾਸ ਕਰਕੇ ਨਾਲ ਦੇ ਫਿਰੋਜ਼ਪੁਰ ਜਿਹੜੇ ਸਾਰੇ MLA ਤੇ ਨਾਲ ਲੋਕਾਂ ਨੇ ਇੱਥੇ ਗੱਡੀਆਂ ਭੇਜੀਆਂ। ਉਹਨਾਂ ਮਕਸਦ ਇੱਕੋ ਇੱਕ ਸੀ ਕਿ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਕੀਤਾ ਜਾਏ। ਸੁਖਬੀਰ ਬਾਦਲ ਜੇਲ੍ਹ ਵਿੱਚ ਬੰਦ ਜਗਤਾਰ ਸਿੰਘ ਹਵਾਰਾ ਤੇ ਵੀ ਜੰਮ ਕੇ ਵਰੇ। ਉਹਨਾਂ ਕਿਹਾ ਕਿ ਕਤਲੇਆਮ ਕਰਨ ਵਾਲਾ ਕੋਈ ਵੀ ਇਨਸਾਨ ਸਿੱਖ ਕੌਮ ਨੂੰ ਕੋਈ ਦਿਸ਼ਾ ਨਹੀਂ ਦੇ ਸਕਦਾ। ਉਹਨਾਂ ਕਿਹਾ ਕਿ ਸਰਬਤ ਖਾਲਸਾ ਇੱਕ ਮਰਿਆਦਾ ਹੈ ਅਤੇ ਉਹ ਖੇਤਾਂ ਵਿੱਚ ਨਹੀਂ ਸੱਦਿਆ ਜਾ ਸਕਦਾ। ਉਹਨਾਂ ਸਵਾਲ ਚੁੱਕਿਆ ਕਿ ਕੱਲ ਨੂੰ ਕੋਈ ਵੀ ਸਰਬਤ ਖਾਲਸਾ ਸੱਦ ਕੇ ਮੁੱਖ ਮੰਤਰੀ ਹਟਾਉਣ ਦੀ ਗੱਲ ਕਰੇ ਤੇ ਕੀ ਇਹੋ ਜਿਹਾ ਕੀਤਾ ਜਾਏਗਾ। ਜਿਨ੍ਹਾਂ ਨੇ ਕਤਲੇਆਮ ਕੀਤਾ ਹੈ, ਜਿਨ੍ਹਾਂ ਨੇ
ਕੇਸ ਹੈਗੇ, ਹਰ ਕਿਸਮ ਦੇ ਕੇਸ ਹੈ ਕਿ ਉਹ ਆਪਣੇ ਸਿੱਖ ਕੌਮ ਨੂੰ ਦਿਸ਼ਾ ਦੇ ਸਕਦੇ ਹੈ, ਕਿ ਉਹ ਆਪਣੇ ਸਿੱਖ ਕੌਮ ਨੂੰ ਅੱਗੇ ਲਿਜਾ ਸਕਦੇ ਹੈ। ਸਰਬੱਤ ਖਾਲਸਾ ਇੱਕ ਮਰਿਆਦਾ ਹੈ, ਖੇਤਾਂ 'ਚ ਨਹੀਂ ਹੋ ਸਕਦੀ। ਇਹਦਾ ਮਤਲਬ ਹਰ ਪਿੰਡ ਵਿੱਚ ਇੱਕ ਸਰਪੰਚ ਸਰਬੱਤ ਖਾਲਸਾ ਬਣਾ ਲਿਆ ਕਰੂ ਪਿੰਡ ਦਾ, ਹੈ। ਹਰ ਮੁਹੱਲਾ ਆਪਣਾ ਸਰਬੱਤ ਖਾਲਸਾ ਬਣਾ ਲਿਆ ਕਰੂ ਆਪਣੇ ਮੁਹੱਲੇ ਦਾ। ਹਰ ਵਾਰਡ ਦਾ MC ਸਰਬੱਤ ਖਾਲਸਾ ਦਾ ਨਾਮ ਲੈ ਕੇ MC ਬਣਾ ਲਿਆ ਕਰੂਗਾ ਤੇ ਫੈਸਲਾ ਕਰਦਿਆ ਕਰੂਗਾ, ਇੱਥੋਂ ਦਾ ਮੇਅਰ ਕੱਢ ਦਿਓ, ਸਰਬੱਤ ਖਾਲਸਾ ਦਾ ਫੈਸਲਾ ਹੋ ਗਿਆ, ਹੈ। ਇਹਦਾ ਮਤਲਬ ਹਰ ਪਾਰਟੀ ਆਪਣਾ ਕੱਢ ਲਿਆ ਕਰੂਗਾ, ਇੱਥੋਂ ਦਾ ਮੁੱਖ ਮੰਤਰੀ ਕੱਢ ਦਿਓ, ਸਰਬੱਤ ਖਾਲਸਾ ਦਾ ਫੈਸਲਾ ਹੋ ਗਿਆ। ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਦੀਆਂ ਤਾਰਾਂ ਵਿਦੇਸ਼ਾਂ ਵਿੱਚੋਂ ਖੜਕ ਰਹੀਆਂ ਨੇ। ਉਹਨਾਂ ਕਿਹਾ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲਾ ਭਾਵੇਂ ਕਿਸੇ ਵੀ ਦੇਸ਼ ਵਿੱਚ ਹੋਏ, ਉਸ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ। ਨਾਲ ਹੀ ਕਾਂਗਰਸ ਨੂੰ ਨਿਸ਼ਾਨੇ ਤੇ ਲੈਂਦੇ ਉਹਨਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਅਜਿਹਾ ਕੀਤੇ ਜਾਣ ਤੋਂ ਸਾਫ਼ ਹੈ ਕਿ ਇਹ ਸਭ ਕਾਂਗਰਸ ਵੱਲੋਂ ਹੀ ਕਰਵਾਇਆ ਜਾ ਰਿਹਾ ਹੈ। ਅੰਮ੍ਰਿਤਸਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ, ਫ੍ਰੀ ਮੀਡੀਆ। ਪੰਜਾਬ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ 10 ਨਵੰਬਰ ਦੇ ਸਰਬੱਤ ਖਾਲਸਾ ਪਿੱਛੇ ਕਾਂਗਰਸ ਦਾ ਹੱਥ ਸਾਬਤ ਕਰਨ ਲਈ ਜਾਂ ਫਿਰ ਸਿਆਸਤ ਛੱਡ ਦੇਣ ਦੀ ਚੁਣੌਤੀ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਉਪ ਮੁੱਖ ਮੰਤਰੀ ਇਲਜ਼ਾਮ ਲਗਾਉਣ ਤੋਂ ਪਹਿਲਾਂ ਕਾਂਗਰਸ ਦੀ ਸ਼ਮੂਲੀਅਤ ਸੰਬੰਧੀ ਸਬੂਤ ਪੇਸ਼ ਕਰਨ। ਬਾਜਵਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਪ੍ਰੈਸ ਕਾਨਫਰੰਸ ਕਰ ਦੋ ਭਰਾਵਾਂ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਦੀ ਗ੍ਰਿਫਤਾਰੀ ਨਾਲ ਬੇਅਦਬੀ ਦੇ ਮਾਮਲੇ ਦਾ ਹੱਲ ਹੋਣ ਸੰਬੰਧੀ ਦਾਅਵਾ ਕੀਤਾ ਸੀ ਅਤੇ ਆਪਣੇ ਨਾਕਾਮਯਾਬੀ ਛੁਪਾਉਣ ਖਾਤਰ ਵਿਦੇਸ਼ੀ ਹੱਥ ਹੋਣ ਸੰਬੰਧੀ ਇਲਜ਼ਾਮ ਵੀ ਲਗਾਇਆ ਸੀ, ਜਦਕਿ ਦੋਨਾਂ ਭਰਾਵਾਂ ਨੂੰ ਸਬੂਤਾਂ ਦੀ ਘਾਟ ਸਦਕਾ ਰਿਹਾ ਕਰ ਦਿੱਤਾ ਤੇ ਇਸ ਤਰ੍ਹਾਂ ਵਿਦੇਸ਼ੀ ਹੱਥ ਦੀ ਗੱਲ ਝੂਠੀ ਸਾਬਤ ਹੋਈ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਆਪਣੇ ਮਾੜੇ ਸ਼ਾਸਨ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਸੁਖਬੀਰ ਇਹ ਚਾਲ ਚੱਲ ਰਹੇ ਹਨ, ਜਦਕਿ ਬਾਦਲ ਪਰਿਵਾਰ ਪੰਜਾਬ ਦੀ ਖਰਾਬ ਹੋ ਰਹੀ ਹਾਲਤ ਲਈ ਜ਼ਿੰਮੇਵਾਰ ਹੈ। ਹਾਲਾਂਕਿ ਇਸ ਦੌਰਾਨ ਯੂਨਾਈਟਿਡ ਅਕਾਲੀ ਦਲ ਦੇ ਭਾਈ ਮੋਹਕਮ ਸਿੰਘ ਦੇ ਕੁਝ ਲੋਕਲ ਕਾਂਗਰਸੀ ਲੀਡਰ ਨਾਲ ਸਰਬੱਤ ਖਾਲਸਾ ਵਿੱਚ ਸ਼ਮੂਲੀਅਤ ਸੰਬੰਧੀ ਆਡੀਓ ਵੀ ਵਾਇਰਲ ਹੋਇਆ ਹੈ, ਜਿਸ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਡਾਕਟਰ ਹਰਸ਼ਿੰਦਰ ਕੌਰ ਔਰਤਾਂ ਤੇ ਹੋ ਰਹੇ ਜ਼ੁਲਮ ਅਤੇ ਖਾਸ ਕਰਕੇ ਭਰੂਣ ਹੱਤਿਆਵਾਂ ਰੋਕਣ ਦੇ ਮਕਸਦ ਨਾਲ ਲੰਮੇ ਸਮੇਂ ਤੋਂ ਕੰਮ ਕਰ ਰਹੇ ਹਨ ਅਤੇ ਦੇਸ਼ ਵਿਦੇਸ਼ ਵਿੱਚ ਲੋਕਾਂ ਨੂੰ ਆਪਣੇ ਸਾਹਿਤ ਰਾਹੀਂ ਜਾਗਰੂਕ ਕਰ ਰਹੇ ਹਨ। ਉਹ ਆਪਣੀ ਮੁਹਿੰਮ ਵਿੱਚ ਕਿੰਨੇ ਕਾਮਯਾਬ ਹੋ ਪਾ ਰਹੇ ਹਨ, ਉਹਨਾਂ ਤੋਂ ਹੀ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਇਸ ਖਾਸ ਮੁਲਾਕਾਤ ਰਾਹੀਂ। ਲੰਬੇ ਸਮੇਂ ਤੋਂ ਪੰਜਾਬ ਹਰਿਆਣਾ ਦੇ ਸਿਰ ਕੁੜੀ ਮਾਰ ਦਾ ਕਲੰਕ ਲੱਗਿਆ ਹੋਇਆ ਹੈ। तमाम ਉਪਰਾਲੇ ਹੋ ਰਹੇ ਨੇ ਕਿ ਫੀਮੇਲ ਫੀਰੀਸਾਈਡ ਕਨਿਆ ਭਰੂਣ ਹੱਤਿਆ ਨਾ ਹੋਏ, ਪਰ ਹੁਣੇ ਵੀ ਜਾਰੀ ਹੈ। ਲੇਕਿਨ ਇਸ ਦੇ ਬਾਵਜੂਦ ਜਿਹੜੇ ਲੋਕੀ ਇਸ ਪਾਸੇ ਲੱਗੇ ਨੇ ਲੋਕਾਂ ਨੂੰ ਪ੍ਰੇਰਿਤ ਕਰਨ ਕਿ ਆਵਾਜ਼ ਉਠਾ ਸਕਣ, ਇਸ ਪਾਪ ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕਰ ਸਕਣ, ਉਹ ਕਰ ਵੀ ਰਹੇ ਨੇ। ਅੱਜ ਇੱਕ ਖਾਸ ਸ਼ਖਸੀਅਤ ਨਾਲ ਤੁਹਾਡੀ ਮੁਲਾਕਾਤ ਕਰਾਉਣ ਜਾ ਰਹੇ ਹਾਂ, ਡਾਕਟਰ ਹਰਸ਼ਿੰਦਰ ਕੌਰ। 15-16 ਸਾਲ ਹੋ ਗਏ ਤੁਹਾਨੂੰ ਲੋਕਾਂ ਨੂੰ ਪ੍ਰੇਰਿਤ ਕਰਦੇ ਹੋਏ। ਪਹਿਲੇ ਤਾਂ ਤੁਸੀਂ ਜ਼ਰੂਰ ਮੈਂ ਚਾਹਾਂਗੀ ਕਿ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ ਕਿ ਇਸ ਤਰਫ ਤੁਹਾਨੂੰ ਕਿਵੇਂ ਲੱਗੇ ਕਿ ਕਿਉਂ ਮੈਨੂੰ ਇਸ ਔਰਤਾਂ ਦੇ ਖਿਲਾਫ ਹੋ ਰਹੇ ਜਿਹੜੇ ਜ਼ੁਲਮ ਨੇ ਉਹਨਾਂ ਦੇ ਖਿਲਾਫ, ਔਰ ਜਿਹੜਾ ਕੰਨਿਆ ਭਰੂਣ ਹੱਤਿਆ ਪੰਜਾਬ ਔਰ ਹਰਿਆਣਾ ਦਾ ਖਾਸ ਕਰ ਨਾਮ ਲਿਆ ਜਾਂਦਾ ਹੈ ਪੂਰੇ ਦੇਸ਼ ਦੀ ਅਗਰ ਗੱਲ ਕੀਤੀ ਜਾਏ, ਤੇ ਕਿਸ ਤਰ੍ਹਾਂ ਤੁਸੀਂ ਇਸ ਪਾਸੇ ਆਏ? ਦਰਅਸਲ ਸੱਚ ਕਹਾਂ ਤੇ ਮੈਨੂੰ ਇਸ ਚੀਜ਼ ਬਾਰੇ ਜਾਣਕਾਰੀ ਨਹੀਂ ਸੀ ਜਦ ਤੱਕ ਮੇਰਾ ਵਿਆਹ ਵੀ ਨਹੀਂ ਸੀ ਹੋ ਗਿਆ। ਆਫਟਰ ਮੈਰਿਜ ਅਸੀਂ ਯੂਜੂਅਲੀ ਜਾਂਦੇ ਹੁੰਦੇ ਸਾਂ ਪਿੰਡਾਂ ਵਿੱਚ ਫ੍ਰੀ ਮੈਡੀਕਲ ਕੈਂਪਸ ਲਗਾਉਣ ਲਈ, ਅਤੇ ਉੱਥੇ ਹੀ ਇਸ ਤਰ੍ਹਾਂ ਇੱਕ ਵਾਰ ਜਾ ਰਹੇ ਸਾਂ। ਪਿੰਡ ਦੇ ਬਾਹਰ ਹੱਡਾ ਰੋੜੀ ਹੁੰਦੀ ਹੈ ਜਿਹੜੀ ਜਿੱਥੇ ਮਰੇ ਹੋਏ ਜਾਨਵਰ ਸੁੱਟ ਦਿੱਤੇ ਜਾਂਦੇ ਨੇ। ਸੋ ਵੀ ਵਰ ਜਸਟ ਕ੍ਰਾਸਿੰਗ ਬਾਏ, ਅਸੀਂ ਅੰਦਰ ਚੱਲੇ ਜਦੋਂ ਪਿੰਡ ਵੱਲ, ਅਤੇ ਬੜੀ ਜ਼ੋਰ ਦੀ ਚੀਕਾਂ ਦੀ ਆਵਾਜ਼ ਸੁਣਾਈ ਦਿੱਤੀ। ਉਹ ਇੰਨੀਆਂ ਜ਼ਬਰਦਸਤ ਸੀ ਕਿ ਅੱਜ ਵੀ ਮੈਂ ਜਦੋਂ ਸੋਚਦੀ ਹਾਂ ਮੇਰੇ ਦਿਮਾਗ 'ਚ ਚੰਚਨਾਹਟ ਜੀ ਹੁੰਦੀ ਹੈ। ਅਸੀਂ ਇੱਕਦਮ ਤੇਜ਼ੀ ਨਾਲ ਗਏ ਕਿ ਸ਼ਾਇਦ ਕਿਸੇ ਜਾਨਵਰ ਦਾ ਬੱਚਾ ਕੁੱਤੇ ਪਾੜ ਰਹੇ ਨੇ ਅਤੇ ਉਹਨੂੰ ਬਚਾਉਣਾ ਚਾਹੀਦਾ ਹੈ। ਜਦੋਂ ਅਸੀਂ ਨੇੜੇ ਹੋਏ ਤਾਂ ਮੇਰੇ ਅੱਗੋਂ, ਮੈਂ ਪਹਿਲਾਂ ਮੁਆਫੀ ਮੰਗ ਲਵਾਂ ਜੇ ਮੇਰਾ ਗਲਾ ਭਰ ਗਿਆ, ਕਿਉਂਕਿ ਉਹ ਚੀਜ਼ ਮੈਨੂੰ ਅੱਜ ਵੀ ਇਸ ਤਰ੍ਹਾਂ ਲੱਗਦੀ ਹੈ ਜਿਵੇਂ ਮੇਰੇ ਲੂੰ ਕੰਡੇ ਖੜੇ ਹੋ ਜਾਂਦੇ ਨੇ, ਕਿਉਂਕਿ ਮੇਰੇ ਅੱਗੋਂ ਜਿਹੜਾ ਕੁੱਤਾ ਇੱਕਦਮ ਭੱਜ ਕੇ ਲੰਘਿਆ, ਉਹਦੇ ਮੂੰਹ 'ਚ ਛੋਟਾ ਜਿਹਾ ਪੈਰ ਸੀ, ਅਤੇ ਜਿਹੜਾ ਦੂਸਰਾ ਭੱਜਿਆ ਉਹਦੇ ਇੰਨੀ ਕੁ ਬਾਂਹ ਸੀ ਨਾਲ ਹੱਥ। ਅਤੇ ਜਦੋਂ ਨੇੜੇ ਗਏ ਅਸੀਂ ਅਤੇ ਉਦੋਂ ਤੱਕ ਖੂਨ ਦੇ ਫੁਹਾਰੇ ਚੱਲ ਰਹੇ ਸਨ ਅਤੇ ਅੰਤੜੀਆਂ ਬਾਹਰ ਸਨ। ਉਹ ਕੁੱਤੇ ਤਾਂ ਭੱਜ ਗਏ, ਪਰ ਉਹ ਬੱਚਾ ਮੇਰੇ ਸਾਹਮਣੇ ਅੱਖਾਂ ਸਾਹਮਣੇ ਮਰਿਆ। ਉਹਦਾ ਸਿਰ ਦਫਾੜ ਸੀ, ਸਿਰ ਬਾਹਰ ਵਿੱਚੋਂ ਨਿਕਲਿਆ ਹੋਇਆ, ਬ੍ਰੇਨ ਬਾਹਰ ਸੀ। ਇੰਨੀ ਭਿਆਨਕ ਦਰਦਨਾਕ ਮੌਤ ਸੀ ਕਿ ਮੈਂ ਸੱਚਮੁੱਚ ਉੱਥੇ ਹਿੱਲ ਗਈ ਉਹਨੂੰ ਵੇਖ ਕੇ। ਨੇੜੇ ਜਾ ਕੇ ਪਤਾ ਲੱਗਿਆ ਉਹ ਨਵਜੰਮੀ ਬੱਚੀ ਸੀ, ਅਤੇ ਮੈਨੂੰ ਦੱਸਿਆ ਗਿਆ ਉੱਥੇ ਕਿ ਇਹ ਇੱਕ ਗਰੀਬ ਦੀ ਬੱਚੀ ਸੀ ਅਤੇ ਚੌਥੀ ਕੁੜੀ ਸੀ, ਅਤੇ ਉਹਦੇ ਪਿਤਾ ਨੇ ਧਮਕੀ ਦਿੱਤੀ ਹੋਈ ਸੀ ਜੇ ਘਰ ਵਿੱਚ ਚੌਥੀ ਕੁੜੀ ਹੋ ਗਈ
ਤਾਂ ਪਹਿਲੀਆਂ ਤਿੰਨੋਂ ਕੁੜੀਆਂ ਤੇ ਉਹ ਮਾਂ ਨੂੰ ਬਾਹਰ ਕੱਢ ਦੇਗਾ। ਤੇ ਮਾਈ ਡੀਅਰ ਸਿਸ, ਮੈਂ ਆਪਣੇ ਘਰ ਵਿੱਚ ਚੌਥੀ ਕੁੜੀ ਸਾਂ, ਪੰਜਵਾਂ ਬੱਚਾ। ਮੈਨੂੰ ਉੱਥੇ ਖੜੀ ਨੂੰ ਸੱਚਮੁੱਚ ਇੰਜ ਜਾਪਿਆ ਜਿਵੇਂ ਮੈਨੂੰ ਕੁੱਤੇ ਚੂੰਡ ਰਹੇ ਹੋਣ। ਮੈਨੂੰ ਇਹ ਬਰਦਾਸ਼ਤ ਨਹੀਂ ਸੀ। ਮੈਂ ਸੋਚਿਆ ਕਿ ਜੇ ਮੇਰੀ ਮਾਂ ਲੜ ਸਕੀ ਹੋਏਗੀ ਇਹੋ ਜਿਹੇ ਮਾਹੌਲ ਵਿੱਚ, ਮੇਰਾ ਪਿਓ ਲੜ ਸਕਿਆ ਹੋਏਗਾ, ਤੇ ਮੇਰਾ ਫਰਜ਼ ਬਣਦਾ ਹੈ ਕਿ ਘੱਟੋ ਘੱਟ ਇਸ ਚੀਜ਼ ਲਈ ਤਾਂ ਮੈਂ ਜ਼ਰੂਰ ਲੜਾਂ। ਜੋ ਟੀਚਾ ਤੁਸੀਂ ਲੈ ਕੇ ਚੱਲੇ ਸੀ, ਕਿ ਉਸ ਤੱਕ ਪਹੁੰਚ ਪਾਏ ਹੋ? ਬਦਲਾਵ ਜੇ ਗਿਣਤੀ ਦੇ ਵਿੱਚ ਤੁਸੀਂ ਵੇਖੋਗੇ ਤੇ ਉੱਕਾ ਹੀ ਨਹੀਂ ਜਿਆਇਆ। ਲੋਕ ਅੱਗੇ ਕਰਦੇ ਸਨ ਕਿ ਅਸੀਂ ਦੂਜੀ ਜਾਂ ਅਸੀਂ ਜਿਹੜੀ ਜੰਮਦੀ ਹੈ ਧੀ ਉਹ ਮਾਰਨੀ ਹੈ। ਇਸ ਵੇਲੇ ਲੋਕ ਪਹਿਲੀ ਧੀ ਵੀ ਮਾਰਨ ਲੱਗ ਗਏ ਨੇ। ਕੁੱਖ ਵਿੱਚ ਜੇ ਪਤਾ ਲੱਗ ਜਾਏ ਧੀ ਹੈ ਤਾਂ ਪਹਿਲੀ ਧੀ ਵੀ ਨਹੀਂ ਛੱਡਦੇ। ਸੋ ਉਸ ਵਿੱਚ ਬਦਲਾਵ ਕਿਉਂ ਨਹੀਂ ਆਇਆ, ਮੈਂ ਇਹ ਦੱਸਦੀ ਹਾਂ। ਜ਼ਿਕਰ ਕਰਾਂਗੀ ਮੈਂ ਥੋੜ੍ਹਾ ਜਿਹਾ ਗੁਰੂ ਨਾਨਕ ਦੇਵ ਜੀ ਦਾ, ਜਿਨ੍ਹਾਂ ਨੇ ਪਹਿਲੀ ਵਾਰ ਆਵਾਜ਼ ਚੁੱਕੀ ਔਰਤ ਦੇ ਹੱਕ ਵਿੱਚ। ਜੋ ਉਸ ਸਮੇਂ ਉਹਨਾਂ ਨੇ ਦਰਜਾ ਦਿੱਤਾ ਸੀ, ਅੱਜ ਕੀ ਉਹ ਦਰਜੇ ਤੇ ਪਹੁੰਚ ਸਕੀਆਂ ਨੇ? ਨਹੀਂ, ਜ਼ਹਿਰਾ ਜਾਨ। ਪਰ ਅੱਜ ਵੀ ਔਰਤ, ਜੇ ਅਸੀਂ ਇੰਟਰਨੈਸ਼ਨਲ ਅੰਕੜੇ ਦੇਖਦੇ ਹਾਂ ਯੂਨੀਸੈਫ ਦੇ, ਤਾਂ 68% ਔਰਤਾਂ ਘਰਾਂ ਵਿੱਚ ਸ਼ਿਕਾਰ ਹੋ ਰਹੀਆਂ ਨੇ ਜੋ ਡੋਮੈਸਟਿਕ ਵਾਇਲੈਂਸ ਦੀਆਂ। ਕਾਰਨ ਇਹ ਸੀ ਕਿ ਉਸ ਸਮੇਂ ਵੀ ਜਦੋਂ ਆਵਾਜ਼ ਚੁੱਕੀ ਗਈ, ਜਿਨ੍ਹਾਂ ਕਾਰਨਾਂ ਕਰਕੇ ਧੀਆਂ ਮਾਰੀਆਂ ਜਾਂਦੀਆਂ ਸਨ ਜਾਂ ਔਰਤ ਨੀਵੀਂ ਸਮਝੀ ਜਾਂਦੀ ਸੀ, ਉਹ ਕਾਰਨ ਅਸੀਂ ਅੱਜ ਵੀ ਦੂਰ ਨਹੀਂ ਕਰ ਸਕੇ। ਉਹਨਾਂ ਕਾਰਨਾਂ ਵਿੱਚ ਸਭ ਤੋਂ ਵੱਡੀ ਚੀਜ਼ ਕਿ ਔਰਤ ਨੂੰ ਬਰਾਬਰ ਦਾ ਦਰਜਾ ਅਸੀਂ ਦੇ ਹੀ ਨਹੀਂ ਸਕੇ। ਮਰਦ ਪ੍ਰਧਾਨ ਸਮਾਜ ਹੈ, ਜਿਹਦੇ ਵਿੱਚ ਔਰਤ ਰਤੀਕ ਆਵਾਜ਼ ਵੀ ਕੱਢਦੀ ਹੈ ਤੇ ਕਹਿੰਦੇ ਨੇ ਸ਼ਾਇਦ ਇੱਕ ਕਦਮ ਅਗਾਂਹ ਨਾ ਲੰਘ ਜਾਏ, ਉਸ ਕਰਕੇ ਅਜੇ ਵੀ ਦੱਬ ਦਿੱਤੀ ਜਾਂਦੀ ਹੈ। ਜਾਂਦੇ ਜਾਂਦੇ ਜ਼ਰੂਰ ਸਾਡੇ ਦਰਸ਼ਕਾਂ ਨੂੰ ਇੱਕ ਜ਼ਰੂਰ ਸੁਨੇਹਾ ਦੇ ਦਿਓ, ਇੱਕ ਮੈਸੇਜ ਦੇ ਦਿਓ, ਇੱਕ ਇਹ ਜਿਹੜੀ ਜਾਗਰੂਕਤਾ, ਤਾਂ ਕਿ ਅਸੀਂ ਵੀ ਤੁਹਾਡੇ ਨਾਲ ਜਿਹੜਾ ਅਸੀਂ ਕੋਸ਼ਿਸ਼ ਕਰੀਏ ਕਿ ਇਸ ਮੁਹਿੰਮ ਵਿੱਚ ਸ਼ਾਮਿਲ ਹੋ ਸਕੇ ਉਹ ਪਰਿਵਾਰ। ਜੀ ਬਿਲਕੁਲ, ਮੈਂ ਸਿਰਫ ਸੁਨੇਹਾ ਇੱਦਾਂ ਨਹੀਂ ਚਾਹੁੰਦੀ ਹਾਂ ਕਿ ਵੇਲ ਵਧਾਵੇ ਕੌਮ ਦੀ ਬੋਲੀ ਤੇ ਬੇਟੀ, ਇਹ ਸਰਮਾਇਆ ਕੀਮਤੀ ਕਿਉਂ ਇੰਜ ਗਵਾਉਂਦੇ। ਆਓ ਰਲ ਮਿਲ ਕੇ ਇਸ ਜੀਵਨ, ਇਹ ਜ਼ਿੰਦਗੀ ਅਸੀਂ ਕਿਤੇ ਸਾਰਥਕ ਕਰ ਜਾਈਏ, ਇੱਕ ਜਾਨ ਹੋਰ ਬਚਾ ਜਾਈਏ। ਤੇ ਜੇ ਉਹ ਕਰ ਲਵਾਂਗੇ ਤਾਂ ਇਤਿਹਾਸ ਸਾਨੂੰ ਬਾਹਾਂ ਖਿਲਾਰ ਕੇ ਸਮੇਟ ਲਵੇਗਾ। ਵਰਨਾ ਅਸੀਂ ਮਰੇ ਕਿ ਕੋਈ ਕੀੜਾ ਮਕੌੜਾ ਬਣ ਗਿਆ। ਇਹੋ ਜਿਹੀ ਫਜ਼ੂਲ ਜ਼ਿੰਦਗੀ ਜਿਉਣ ਨਾਲੋਂ ਕਿਸੇ ਦੇ ਲੇਖੇ ਲਾ ਜਾਈਏ ਤਾਂ ਅਸੀਂ ਜ਼ਰੂਰ ਨਾਮ ਰੌਸ਼ਨ ਕਰ ਸਕਾਂਗੇ। ਧੰਨਵਾਦ। ਜਿੰਨੀ ਡਾਕਟਰ ਹਰਸ਼ਿੰਦਰ ਨਾਲ ਅਸੀਂ ਗੱਲ ਕੀਤੀ, ਹਲੇ ਬਹੁਤ ਤਾਦਾਦ ਘੱਟ ਹੈ, ਥੋੜ੍ਹੇ ਜਿਹੇ ਲੋਕ ਜਾਗਰੂਕ ਹੋਏ ਨੇ, ਲੇਕਿਨ ਇਹੀ ਉਮੀਦ ਦੀ ਕਿਰਨ ਹੈਗੀ ਕਿ ਅੱਗੇ ਵੀ ਇਸ ਦੇ ਨਾਲ ਲੋਕੀ ਜੁੜਦੇ ਜਾਣਗੇ। ਤੇ ਜਿਵੇਂ ਸਤੀ ਪ੍ਰਥਾ ਕਦੀ ਖਤਮ ਹੋਈ ਹੈ, ਦਾਜ ਪ੍ਰਥਾ ਵੀ ਖਤਮ ਹੋਏਗੀ, ਔਰ ਜਿਹੜਾ ਫੀਮੇਲ ਫਿਰਿਸਾਈਡ ਦਾ ਜਿਹੜਾ ਪਾਪ ਲੈ ਕੇ ਇਹ ਦੋਨੋਂ ਰਾਜ ਚੱਲ ਰਹੇ ਨੇ, ਇੱਥੇ ਵੀ ਰੋਕ ਲੱਗੇਗੀ। ਚੰਡੀਗੜ੍ਹ ਤੋਂ ਕੈਮਰਾ ਪਰਸਨ ਪੰਕਜ ਸ਼ਰਮਾ ਦੇ ਨਾਲ ਰਜਿੰਦਰ ਕੌਰ, ਫ੍ਰੀ ਮੀਡੀਆ। ਤਮਿਲਨਾਡੂ 'ਚ ਪਿਛਲੇ 5 ਦਿਨਾਂ ਤੋਂ ਹੋ ਰਹੀ ਬਾਰਿਸ਼ ਕਾਰਨ 55 ਲੋਕਾਂ ਦੀ ਮੌਤ ਹੋ ਗਈ ਹੈ। ਸੂਬੇ ਵਿੱਚ ਸੋਮਵਾਰ ਰਾਤ ਤੋਂ ਭਾਰੀ ਬਾਰਿਸ਼ ਹੋ ਰਹੀ ਹੈ। ਸੜਕਾਂ ਉੱਤੇ ਪਾਣੀ ਭਰ ਜਾਣ ਕਾਰਨ ਸ਼ਹਿਰ ਵਿੱਚ ਥਾਂ-ਥਾਂ ਉੱਤੇ ਟ੍ਰੈਫਿਕ ਜਾਮ ਹੋ ਗਿਆ ਹੈ। ਕਈ ਨੀਵੇਂ ਇਲਾਕਿਆਂ ਵਿੱਚ ਬਣੇ ਘਰਾਂ ਵਿੱਚ ਵੀ ਪਾਣੀ ਭਰ ਗਿਆ ਹੈ। ਸੂਬਾ ਸਰਕਾਰ ਨੇ ਸਥਿਤੀ ਨੂੰ ਦੇਖਦੇ ਹੋਏ ਸਕੂਲਾਂ ਅਤੇ ਕਾਲਜਾਂ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਹੈ। ਸੂਬੇ ਦੀ ਮੁੱਖ ਮੰਤਰੀ ਜੈ ਲਲਿਤਾ ਨੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ 4-4 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਸੂਬੇ ਵਿੱਚ ਅਜੇ ਹੋਰ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਹੈ। ਬਾਰਿਸ਼ ਕਾਰਨ ਆਵਾਜਾਈ ਉੱਤੇ ਵੀ ਅਸਰ ਪਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੰਡਨ ਦੌਰੇ ਦੌਰਾਨ ਵਿਦੇਸ਼ੀ ਸਿੱਖਾਂ ਦੀ ਕਾਲੀ ਸੂਚੀ ਖਤਮ ਕਰਨ ਦਾ ਭਰੋਸਾ ਦਿੱਤਾ ਹੈ। ਬਰਤਾਨੀਆ ਵਿੱਚ ਰਹਿਣ ਵਾਲੇ ਸਿੱਖ ਭਾਈਚਾਰੇ ਦੇ ਵਫਦ ਨਾਲ ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਨੇ ਇਹ ਭਰੋਸਾ ਦਿੱਤਾ। ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕਰਨ ਵਾਲੇ ਸਿੱਖ ਹਿਊਮਨ ਰਾਈਟ ਗਰੁੱਪ ਅਤੇ ਸਿੱਖ ਕੌਂਸਲ UK ਦੇ ਨੁਮਾਇੰਦਿਆਂ ਨੇ ਦੱਸਿਆ ਕਿ ਉਹਨਾਂ ਨੇ ਕਈ ਮੰਗਾਂ ਪ੍ਰਧਾਨ ਮੰਤਰੀ ਅੱਗੇ ਰੱਖੀਆਂ ਹਨ। ਇਹਨਾਂ ਵਿੱਚੋਂ ਸਭ ਤੋਂ ਪ੍ਰਮੁੱਖ ਸੀ ਵਿਦੇਸ਼ੀ ਸਿੱਖਾਂ ਦੀ ਕਾਲੀ ਸੂਚੀ ਨੂੰ ਖਤਮ ਕਰਕੇ ਸਿੱਖਾਂ ਦੀ ਭਾਰਤ ਵਾਪਸੀ ਤੋਂ ਪਾਬੰਦੀ ਹਟਾਈ ਜਾਏ ਅਤੇ ਜਿਨ੍ਹਾਂ ਸਿੱਖਾਂ ਖਿਲਾਫ ਕੇਸ ਦਰਜ ਹਨ ਉਹਨਾਂ ਨੂੰ ਭਾਰਤ ਆਉਣ ਦਿੱਤਾ ਜਾਵੇ ਤਾਂ ਜੋ ਆਪਣੇ ਖਿਲਾਫ ਪਾਏ ਕੇਸ ਲੜ ਸਕਣ। ਇਸ ਤੋਂ ਇਲਾਵਾ ਵਿਦੇਸ਼ਾਂ ਵਿੱਚ ਰਾਜਨੀਤਿਕ ਸ਼ਰਨ ਲੈਣ ਵਾਲੇ ਸਿੱਖਾਂ ਨੂੰ ਵੀ ਭਾਰਤ ਆਉਣ ਦੀ ਆਗਿਆ ਦਿੱਤੀ ਜਾਵੇ। ਪ੍ਰਧਾਨ ਮੰਤਰੀ ਨੇ ਬ੍ਰਿਟੇਨ ਦੇ ਕਾਰੋਬਾਰੀਆਂ ਨਾਲ ਮੁਲਾਕਾਤ ਕੀਤੀ। ਉਹਨਾਂ ਕਾਰੋਬਾਰੀਆਂ ਨੂੰ ਨਿਵੇਸ਼ ਕਰਨ ਲਈ ਉਤਸ਼ਾਹਿਤ ਕਰਦਿਆਂ ਕਿਹਾ ਕਿ ਭਾਰਤ ਨੂੰ ਵਪਾਰ ਕਰਨ ਦੇ ਲਿਹਾਜ਼ ਨਾਲ ਸੌਖਾ ਅਤੇ ਆਸਾਨ ਸਥਾਨ ਬਣਾਉਣ ਲਈ ਸਰਕਾਰ ਨੇ ਬਹੁਤ ਕੰਮ ਕੀਤਾ ਹੈ। ਇਸ ਤੋਂ ਬਾਅਦ ਮੋਦੀ ਨੇ ਬ੍ਰਿਟੇਨ ਦੀ ਮਹਾਰਾਣੀ ਨਾਲ ਬਕਿੰਗਮ ਪੈਲੇਸ ਤੇ ਲੰਚ ਵੀ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ 3 ਦਿਨਾਂ ਦੌਰੇ ਦੌਰਾਨ ਲੰਡਨ ਪਹੁੰਚੇ ਹੋਏ ਹਨ। ਇਸ ਦੌਰਾਨ
ਦੇਸ਼ ਵਿੱਚ ਵੱਧ ਰਹੀ ਅਸਹਿਣਸ਼ੀਲਤਾ ਬਾਰੇ ਉਹਨਾਂ ਨੂੰ ਸਵਾਲਾਂ ਦਾ ਸਾਹਮਣਾ ਕਰਨਾ ਪਿਆ। ਮੋਦੀ ਦੀ ਅਸਹਿਣਸ਼ੀਲਤਾ ਬਾਰੇ ਦਿੱਤੇ ਗਏ ਜਵਾਬ ਤੇ ਕਾਂਗਰਸ ਨੇ ਪਲਟਵਾਰ ਵੀ ਕੀਤਾ ਹੈ। ਇੰਗਲੈਂਡ ਦੌਰੇ ਉੱਤੇ ਗਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਦੇਸ਼ ਵਿੱਚ ਵੱਧ ਰਹੀ ਅਸਹਿਣਸ਼ੀਲਤਾ ਬਾਰੇ ਸਵਾਲ ਪੁੱਛਿਆ ਗਿਆ, ਜਿਸ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਆਖਿਆ ਕਿ ਭਾਰਤ ਮਹਾਤਮਾ ਗਾਂਧੀ ਅਤੇ ਗੌਤਮ ਬੁੱਧ ਦਾ ਦੇਸ਼ ਹੈ। ਭਾਰਤ ਵਿੱਚ ਹਰ ਨਾਗਰਿਕ ਦੇ ਬਰਾਬਰ ਅਧਿਕਾਰ ਹਨ। ਮੋਦੀ ਨੇ ਆਖਿਆ ਕਿ ਇੰਨੇ ਵੱਡੇ ਦੇਸ਼ ਵਿੱਚ ਭਾਵੇਂ ਇੱਕ ਮਾਮਲਾ ਹੋਵੇ ਜਾਂ ਫਿਰ ਜ਼ਿਆਦਾ, ਭਾਰਤ ਦਾ ਕਾਨੂੰਨ ਸਭ ਲਈ ਬਰਾਬਰ ਹੈ। A nation of 1.25 billion people with 800 million under the age of 35 years. The world must speak in one voice and act in unison to combat this challenge of our times. We must adopt a comprehensive convention on international terrorism in the United Nations without delay. There should be a resolve to isolate those who harbor terrorists and willingness to stand with nations that will fight them honestly. And we need a social movement against extremism in countries where it is most prevalent, and every effort to de-link religion and terrorism. ਅਸਹਿਣਸ਼ੀਲਤਾ ਬਾਰੇ ਦਿੱਤੇ ਗਏ ਮੋਦੀ ਦੇ ਬਿਆਨ ਤੇ ਕਾਂਗਰਸ ਨੇ ਪ੍ਰਧਾਨ ਮੰਤਰੀ ਨੂੰ ਨਿਸ਼ਾਨੇ ਤੇ ਲਿਆ। ਪਾਰਟੀ ਦੇ ਬੁਲਾਰੇ ਆਨੰਦ ਸ਼ਰਮਾ ਮੁਤਾਬਿਕ ਮੋਦੀ ਦੇਸ਼ ਦੇ ਬਾਰੇ ਪੁੱਠੀਆਂ ਸਿੱਧੀਆਂ ਗੱਲਾਂ ਕਰਕੇ ਭਾਰਤ ਨੂੰ ਸ਼ਰਮਸਾਰ ਕਰ ਰਹੇ ਹਨ। ਆਨੰਦ ਸ਼ਰਮਾ ਨੇ ਕਿਹਾ ਕਿ ਪਾਰਟੀ ਮੋਦੀ ਦੇ ਦਾਅਵੇ ਨੂੰ ਪੂਰੀ ਤਰ੍ਹਾਂ ਰੱਦ ਕਰਦੀ ਹੈ, ਜਿਸ ਵਿੱਚ ਉਹਨਾਂ ਆਖਿਆ ਹੈ ਕਿ ਸੱਤਾ ਵਿੱਚ ਆਉਣ ਤੋਂ ਬਾਅਦ ਦੇਸ਼ ਦੇ ਲੋਕਾਂ ਵਿੱਚ ਵਿਸ਼ਵਾਸ ਦੀ ਬਹਾਲੀ ਹੋਈ ਹੈ। नरेंद्र मोदी जी का कल का कथन सही रूप में एक दोहरी भाषा, दोहरी ज़बान थी और उसको राजनीतिक रूप में हिपोक्रेसी या पाखंड हम कह सकते हैं। जिन्होंने कहा कि वो असहनशीलता को किसी भी तरह से स्वीकार नहीं करते and that he is intolerant towards intolerance. There cannot be a greater contradiction between what his government and he does at home and what he has stated. It is important to remind the Prime Minister that he has neither condemned nor acted upon number of incidents which involve his party colleagues, his ministers, the leaders of the BJP and the RSS. Prime Minister, if he is serious and sincere about what he has stated yesterday, we ask him what prevents his government and his administration to take action, to register cases. What prevents the Prime Minister to ensure the removal of his guilty ministers who have made communal statements, inflamed passions? ਆਨੰਦ ਸ਼ਰਮਾ ਨੇ ਕਿਹਾ ਕਿ ਦੇਸ਼ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਇਸ ਦੇ ਜ਼ਿੰਮੇਵਾਰ ਖੁਦ ਪ੍ਰਧਾਨ ਮੰਤਰੀ ਮੋਦੀ ਹਨ। ਉਹਨਾਂ ਮੁਤਾਬਿਕ ਮੋਦੀ ਸਰਕਾਰ ਮਨ ਮਰਜ਼ੀ ਨਾਲ ਕੰਮ ਕਰ ਰਹੀ ਹੈ। ਬਿਊਰੋ ਰਿਪੋਰਟ, ਫ੍ਰੀ ਮੀਡੀਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਹਮਰੁਤਬਾ ਡੇਵਿਡ ਕੈਮਰੌਨ ਅੱਗੇ ਵਿਦਿਆਰਥੀ ਵੀਜ਼ਾ ਮੁੱਦੇ ਨੂੰ ਚੁੱਕਦਿਆਂ ਕਿਹਾ ਕਿ ਬ੍ਰਿਟਾਨੀਆ 'ਚ ਪੜ੍ਹਨ ਲਈ ਜਾਣ ਵਾਲੇ ਭਾਰਤੀ ਵਿਦਿਆਰਥੀਆਂ 'ਚ ਬਹੁਤ ਕਮੀ ਆਈ ਹੈ ਤੇ ਵੀਜ਼ਾ ਅਪਲਾਈ ਕਰਨ ਸਮੇਂ ਵਿਦਿਆਰਥੀਆਂ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਜ਼ੋਰਦਾਰ ਢੰਗ ਨਾਲ ਇਹ ਮੁੱਦਾ ਚੁੱਕਦਿਆਂ ਚਿੰਤਾ ਪ੍ਰਗਟ ਕੀਤੀ ਕਿ ਯੂਕੇ 'ਚ ਪਿਛਲੇ 3 ਸਾਲਾਂ 'ਚ ਪੜ੍ਹਨ ਜਾਣ ਵਾਲੇ ਵਿਦਿਆਰਥੀਆਂ 'ਚ 50% ਦੀ ਕਮੀ ਆਈ ਹੈ। ਉਧਰ ਇਸ ਤੋਂ ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਰੋਸ ਮੁਜ਼ਾਹਰੇ 'ਚ 10 ਡਾਊਨਿੰਗ ਸਟਰੀਟ ਅਤੇ ਸੰਸਦ ਦੇ ਸਾਹਮਣੇ ਭਾਰੀ ਗਿਣਤੀ ਵਿੱਚ ਲੋਕਾਂ ਨੇ ਮੁਜ਼ਾਹਰਾ ਕੀਤਾ। ਮੁਜ਼ਾਹਰੇ ਦਾ ਸੱਦਾ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨ, ਸਿੱਖ ਫੈਡਰੇਸ਼ਨ UK, ਆਵਾਜ਼ ਅਤੇ ਹੋਰ ਵੱਖ-ਵੱਖ ਸੰਗਠਨਾਂ ਵੱਲੋਂ ਦਿੱਤਾ ਗਿਆ ਸੀ, ਜਿੱਥੇ ਸਿੱਖ ਭਾਈਚਾਰੇ ਵੱਲੋਂ 1984 ਤੋਂ ਇਲਾਵਾ ਪੰਜਾਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਰੋਸ ਪਾਇਆ ਜਾ ਰਿਹਾ ਸੀ। ਉੱਥੇ ਆਵਾਜ਼ ਗਰੁੱਪ ਵੱਲੋਂ 2002 ਦੇ ਗੁਜਰਾਤ ਦੰਗਿਆਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ। ਇੰਡੀਅਨ ਓਵਰਸੀਜ਼ ਕਾਂਗਰਸ ਵੱਲੋਂ ਭਾਰਤ ਵਿੱਚ ਵੱਧ ਰਹੀ ਅਸਹਿਣਸ਼ੀਲਤਾ ਨੂੰ ਮੁੱਦਾ ਬਣਾਇਆ ਗਿਆ ਸੀ।
ਭਾਰਤੀ ਮੂਲ ਦੇ ਬ੍ਰਿਟਿਸ਼ ਮੂਰਤੀਕਾਰ ਅਨੀਸ਼ ਕਪੂਰ ਨੇ ਆਖਿਆ ਹੈ ਕਿ ਭਾਰਤ ਵਿੱਚ ਹਿੰਦੂ ਤਾਲਿਬਾਨ ਦਾ ਰਾਜ ਹੈ। ਅਨੀਸ਼ ਕਪੂਰ ਨੇ ਇਹ ਗੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਲੰਡਨ ਦੌਰੇ ਦੌਰਾਨ ਆਖੀ। ਗਾਰਡੀਅਨ ਅਖਬਾਰ ਨੂੰ ਦਿੱਤੀ ਆਪਣੀ ਇੰਟਰਵਿਊ ਵਿੱਚ ਅਨੀਸ਼ ਕਪੂਰ ਨੇ ਇਹ ਗੱਲ ਆਖੀ ਹੈ। ਅਨੀਸ਼ ਅਨੁਸਾਰ ਭਗਵਾਨ ਵਿਸ਼ਨੂੰ ਦੇ ਤਾਜ਼ਾ ਅਵਤਾਰਾਂ ਵਿੱਚੋਂ ਇੱਕ ਮੋਦੀ ਹਨ। ਅਨੀਸ਼ ਅਨੁਸਾਰ ਭਾਰਤ ਵਿੱਚ ਹਰ ਪਾਸੇ ਮੋਦੀ ਦੀ ਤਾਰੀਫ ਕੀਤੀ ਜਾ ਰਹੀ ਹੈ ਜਿਵੇਂ ਉਹਨਾਂ ਕੋਈ ਚਮਤਕਾਰ ਕੀਤਾ ਹੋਵੇ, ਪਰ ਮੋਦੀ ਦੀ ਚਮਤਕਾਰੀ ਨੀਤੀ ਦੇ ਪਿੱਛੇ ਅਸਲ ਵਿੱਚ ਹਿੰਦੂਵਾਦ ਦੀ ਨੀਤੀ ਦੀ ਸੱਚਾਈ ਲੁਕੀ ਹੋਈ ਹੈ। ਅਨੀਸ਼ ਦੇ ਅਨੁਸਾਰ ਮੋਦੀ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਭਾਰਤ ਵਿੱਚ ਸਮਾਜਿਕ, ਧਾਰਮਿਕ ਅਤੇ ਖੇਤਰੀ ਭਿੰਨਤਾ ਦਾ ਸੰਕਟ ਡੂੰਘਾ ਹੁੰਦਾ ਜਾ ਰਿਹਾ ਹੈ। ਕੈਨੇਡੀਅਨ ਸਿੱਖ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਖਿਲਾਫ ਕੈਨੇਡੀਅਨ ਸੈਨਾ ਦੇ ਇੱਕ ਅਫਸਰ ਨੇ ਹੀ ਨਸਲੀ ਟਿੱਪਣੀ ਕੀਤੀ ਹੈ। ਇਹ ਟਿੱਪਣੀ ਹਰਜੀਤ ਸਿੰਘ ਸੱਜਣ ਦੇ ਰੱਖਿਆ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਕੁਝ ਦੇਰ ਬਾਅਦ ਕੀਤੀ ਗਈ ਹੈ। ਮੀਡੀਆ ਰਿਪੋਰਟ ਅਨੁਸਾਰ ਕਿਊਬੈਕ ਸਿਟੀ ਵਿੱਚ ਕੈਨੇਡੀਅਨ ਫੋਰਸ ਬੇਸ ਤੇ ਇੱਕ ਗੈਰ ਕਮਿਸ਼ਨਰ ਅਧਿਕਾਰੀ ਨੇ ਸੋਸ਼ਲ ਮੀਡੀਆ ਉੱਤੇ 5 ਨਵੰਬਰ ਨੂੰ ਹਰਜੀਤ ਸਿੰਘ ਸੱਜਣ ਖਿਲਾਫ ਨਸਲੀ ਟਿੱਪਣੀ ਕੀਤੀ ਸੀ। ਬਾਅਦ ਵਿੱਚ ਅਧਿਕਾਰੀਆਂ ਦੇ ਦਖਲ ਤੋਂ ਬਾਅਦ ਸੋਸ਼ਲ ਮੀਡੀਆ ਤੋਂ ਇਹ ਟਿੱਪਣੀ ਹਟਾ ਲਈ ਗਈ। ਇਸ ਘਟਨਾ ਤੋਂ ਬਾਅਦ ਦੇਸ਼ ਦੇ ਸਾਰੇ ਫੌਜੀਆਂ ਨੂੰ ਇੱਕ ਅਧਿਕਾਰਤ ਈਮੇਲ ਰਾਹੀਂ ਅਜਿਹੇ ਵਤੀਰੇ ਤੋਂ ਸਾਵਧਾਨ ਰਹਿਣ ਲਈ ਸੂਚਿਤ ਕੀਤਾ ਗਿਆ ਹੈ। ਹਰਜੀਤ ਸਿੰਘ ਸੱਜਣ ਕੈਨੇਡਾ ਦੇ ਪਹਿਲੇ ਸਿੱਖ ਰੱਖਿਆ ਮੰਤਰੀ ਹਨ। ਸਰਬੱਤ ਖਾਲਸਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਿਯੁਕਤ ਕੀਤੇ ਗਏ ਜਗਤਾਰ ਸਿੰਘ ਹਵਾਰਾ ਦੀ ਰਿਹਾਈ ਲਈ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਤੋਂ ਇੱਕ ਪਟੀਸ਼ਨ ਰਾਹੀਂ ਮਦਦ ਮੰਗੀ ਗਈ ਹੈ। ਅਮਰੀਕਾ 'ਚ 20,000 ਤੋਂ ਵੱਧ ਲੋਕਾਂ ਨੇ ਵਾਈਟ ਹਾਊਸ ਦੀ ਵੈਬਸਾਈਟ ਤੇ ਇੱਕ ਆਨਲਾਈਨ ਪਟੀਸ਼ਨ ਤੇ ਦਸਤਖਤ ਕੀਤੇ ਹਨ। ਦੱਸ ਦਈਏ ਕਿ ਸਰਬੱਤ ਖਾਲਸਾ 'ਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਿਯੁਕਤ ਕੀਤਾ ਗਿਆ ਜਗਤਾਰ ਸਿੰਘ ਹਵਾਰਾ ਇਸ ਵੇਲੇ ਜੇਲ੍ਹ 'ਚ ਬੰਦ ਹਨ। ਵਾਈਟ ਹਾਊਸ ਤੋਂ ਕਿਸੇ ਵੀ ਹੁੰਗਾਰੇ ਲਈ ਇਸ ਪਟੀਸ਼ਨ ਨੂੰ ਘੱਟੋ ਘੱਟ 1 ਲੱਖ ਦਸਤਕਾਂ ਦੀ ਲੋੜ ਹੈ। ਇੱਕ ਸੀਨੀਅਰ ਅਮਰੀਕੀ ਥਿੰਕ ਟੈਂਕ ਨੇ ਭਾਰਤ ਤੇ ਆਪਣੀ ਰਿਪੋਰਟਾਂ ਵਿੱਚ ਕਿਹਾ ਹੈ ਕਿ ਅਮਰੀਕਾ ਅਤੇ ਭਾਰਤ ਨੂੰ ਕਰੀਬੀ ਸਹਿਯੋਗ ਦੇ ਜ਼ਰੀਏ ਆਪਸੀ ਸਵੈ-ਹਿੱਤ ਤੇ ਕਦਮ ਚੁੱਕਣੇ ਚਾਹੀਦੇ ਹਨ ਤੇ ਪਾਕਿਸਤਾਨ ਤੋਂ ਜਵਾਬਦੇਹੀ ਦੀ ਮੰਗ ਕਰਨੀ ਚਾਹੀਦੀ ਹੈ। ਰਿਪੋਰਟ ਮੁਤਾਬਕ ਅਮਰੀਕਾ ਨੂੰ ਮੰਗ ਕਰਨੀ ਚਾਹੀਦੀ ਹੈ ਕਿ ਪਾਕਿਸਤਾਨ ਇੱਕ ਰਾਸ਼ਟਰ ਦੇ ਤੌਰ ਤੇ ਆਪਣੀ ਧਰਤੀ ਤੋਂ ਪੈਦਾ ਹੋ ਰਹੇ ਆਤੰਕਵਾਦ ਨਾਲ ਨਿਪਟਣ ਵਿੱਚ ਆਪਣੇ ਫਰਜ਼ਾਂ ਨੂੰ ਨਿਭਾਵੇ। ਥਿੰਕ ਟੈਂਕ ਨੇ ਕਿਹਾ ਕਿ ਭਾਰਤ ਹੁਣ ਅਮਰੀਕੀ ਹਿੱਤਾਂ ਦੇ ਲਈ ਲਗਭਗ ਹਰ ਪਹਿਲੂ ਨਾਲ ਅਹਿਮ ਹੋ ਗਿਆ ਹੈ। ਜੇਕਰ ਭਾਰਤ ਆਪਣੇ ਮੌਜੂਦਾ ਵਿਕਾਸ ਦਰ ਨੂੰ ਬਰਕਰਾਰ ਰੱਖਣ ਵਿੱਚ ਕਾਮਯਾਬ ਰਹਿੰਦਾ ਹੈ ਤਾਂ ਚੀਨ ਦਾ ਪਿੱਛਾ ਕਰਦੇ ਹੋਏ ਅਗਲੇ 2-3 ਦਹਾਕਿਆਂ ਵਿੱਚ ਇਸ ਦੀ ਵੀ ਅਰਥ ਵਿਵਸਥਾ 66,000 ਅਰਬ ਰੁਪਏ ਦੀ ਹੋ ਜਾਵੇਗੀ। ਰਿਪੋਰਟ ਵਿੱਚ ਚੇਤਾਵਨੀ ਦਿੱਤੀ ਗਈ ਹੈ ਕਿ ਪਾਕਿਸਤਾਨ ਨਾਲ ਉਲਝਣ ਤੇ ਭਾਰਤ ਦਾ ਵਿਕਾਸ ਪ੍ਰਭਾਵਿਤ ਹੋ ਸਕਦਾ ਹੈ। ਇੰਡੀਆ ਬ੍ਰਿਟੇਨ ਸਾਂਸਕ੍ਰਿਤਿਕ ਸਾਲ 2017 ਤਹਿਤ ਬਾਲੀਵੁੱਡ ਸਿਤਾਰਿਆਂ ਲਈ ਵਿਸ਼ਵ ਦੇ ਚਰਚਿਤ ਮੋਮ ਮਿਊਜ਼ੀਅਮ ਮੈਡਮ ਟੂਸੌਡਸ ਦੀ ਨਵੀਂ ਬ੍ਰਾਂਚ ਹੁਣ ਦਿੱਲੀ 'ਚ ਖੁੱਲ੍ਹਣ ਜਾ ਰਹੀ ਹੈ। ਇਹ ਐਲਾਨ ਅਜਿਹੇ ਸਮੇਂ ਹੋਇਆ ਜਦੋਂ ਪ੍ਰਧਾਨ ਮੰਤਰੀ ਮੋਦੀ ਬ੍ਰਿਟਾਨੀਆ ਦੇ ਦੌਰੇ ਤੇ ਹਨ। ਲੰਡਨ ਸਥਿਤ ਇਸ ਚਰਚਿਤ ਮੋਮ ਮਿਊਜ਼ੀਅਮ 'ਚ ਦੁਨੀਆ ਭਰ ਦੀਆਂ ਮਸ਼ਹੂਰ ਹਸਤੀਆਂ ਦੇ ਮੋਮ ਦੇ ਪੁਤਲੇ ਰੱਖੇ ਹੋਏ ਹਨ। ਖਬਰਾਂ ਦੇ ਇਸ ਬੁਲੇਟਿਨ 'ਚ ਫਿਲਹਾਲ ਇੰਨਾ ਹੀ। ਇਜਾਜ਼ਤ ਦਿਓ। ਧੰਨਵਾਦ।